तो मैं डैड ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਵਿਆਹ ਕਰਾਉਣ ਦੀ ਕੀ ਲੋੜ ਪੈ ਗਈ ਸੀ 60 ਸਾਲ ਦੀ ਉਮਰ 'ਚ ਕਹਿੰਦੇ ਮੈਂ ਮਹਿਸੂਸ ਕੀਤਾ ਕਿ ਜ਼ਿੰਦਗੀ 'ਚ ਮੈਂ ਅਧੂਰਾ ਬਹੁਤ ਹਾਂ ਤੁਸੀਂ ਉਹਨਾਂ ਨੂੰ ਇਹ ਸੋਚੋ ਕਿ ਰਾਜਪਾਟ ਸਹੀ ਕਰ ਰਹੇ ਨੇ ਆਪਣਾ ਸੰਭਾਲ ਰਹੇ ਨੇ ਜਾਂ ਨਹੀਂ ਸੰਭਾਲ ਰਹੇ ਉਸ ਚੀਜ਼ ਤੇ ਆਪਣੀ ਉਂਗਲ ਚੱਕੋ ਨਾ ਕਿ ਉਹਨਾਂ ਦੀ ਪਰਸਨਲ ਲਾਈਫ ਤੇ ਇਹ ਮੈਨੂੰ ਪਤਾ ਇਸ ਤੋਂ ਬਾਅਦ ਵੈਸੇ ਗਾਲਾਂ ਮੈਨੂੰ ਵੀ ਬਹੁਤ ਸਾਰੀਆਂ ਪੈਣੀਆਂ ਨੇ ਹੁਣ ਕਈ ਜਿਹੜੇ ਹੈਗੇ ਨੇ ਜੋ ਇਹ ਇੰਟਰਵਿਊ ਵੀ ਸੁਣਨਗੇ ਕਈਆਂ ਨੇ ਥੱਲੇ ਟਰੋਲਰਸ ਨੇ ਆਏ ਨੇ ਆ ਕੇ ਕਹਿਣਾ ਕਿ ਯਾਰ ਇਹ ਖਬਰ ਹੈ ਤੁਸੀਂ ਇੱਥੇ ਗੱਲ ਕਿਉਂ ਕਰ ਰਹੇ ਹੋ ਚਰਚਾ ਕਿਉਂ ਕਰ ਰਹੇ ਹੋ ਆਪਾਂ ਕੌਣ ਹੁੰਨੇ ਆ ਕਿਸੇ ਦੀ ਪਰਸਨਲ ਲਾਈਫ ਤੇ ਟਿੱਪਣੀ ਕਰਨ ਵਾਲੇ ਇਸ ਦੁਨੀਆ 'ਚ ਕੋਈ ਕੀ ਕਰ ਰਿਹਾ ਮੈਂ ਲੋਕਾਂ ਨੂੰ ਪੁੱਛਦਾ ਕਦੇ ਆਪਣੇ ਗਰੇਬਾਂ 'ਚ ਝਾਕ ਕੇ ਦੇਖ ਲਿਆ ਕਰੋ ਕਿ ਤੁਸੀਂ ਕੀ ਹੋ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਤੇ ਟਿੱਪਣੀ ਕਰੋ ਸਮਾਜ ਮਰਦ ਕੋਲੋਂ ਇਹ ਉਮੀਦ ਕਿਉਂ ਰੱਖਦਾ ਹੈ ਕਿ ਮਰਦ ਨੂੰ ਦਰਦ ਨਹੀਂ ਹੁੰਦੀ ਮਰਦ ਦੇ ਅੰਦਰ ਇਮੋਸ਼ਨਸ ਘੱਟ ਨੇ ਜਾਂ ਜੋ ਵੀ ਮਰਦ ਦੀ ਇੱਕ ਡੈਫੀਨੇਸ਼ਨ ਸਮਾਜ ਨੇ ਤਿਆਰ ਕੀਤੀ ਹੋਈ ਹੈ ਫਾਦਰ ਨੇ ਮੈਰਿਜ ਮੇਰੀ 60 ਸਾਲ ਦੀ ਉਮਰ 'ਚ ਉਹਨਾਂ ਨੇ ਆਪ ਦੀ ਕਰੀ ਔਰ ਉਦੋਂ ਮੇਰੇ ਮਦਰ ਬੜੇ ਯੰਗ ਸੀ 20 ਸਾਲਾਂ ਦੇ ਸੀ ਤੁਹਾਡੇ ਮੁਤਾਬਕ ਇੱਕ ਔਰਤ ਦੀ ਇੱਕ ਮਰਦ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੁੰਦੀ ਹੈ ਤੇ ਸੀਐਮ ਦਾ ਮਤਲਬ ਇਹ ਥੋੜੀ ਹੈ ਕਿ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਚਲਾਵਾਂਗੇ ਘਰ ਤਾਂ ਉਹਨਾਂ ਦਾ ਆਪਣਾ ਨਾ ਲਾਈਫ ਤਾਂ ਉਹਨਾਂ ਦੀ ਆਪਣੀ ਹੈ ਇਹ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਸੀਐਮ ਮਾਨ ਸਾਹਿਬ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਨਵਾਂ ਫੇਜ਼ ਹੈ ਉਹਨਾਂ ਦੀ ਜ਼ਿੰਦਗੀ ਦਾ ਉਹ ਤਾਂ ਚਲੋ ਇਸ ਚੀਜ਼ ਨੂੰ ਖੁਸ਼ੀ ਦੇ ਤਰੀਕੇ ਨਾਲ ਲੈ ਰਹੇ ਉਹਨਾਂ ਦੇ ਘਰ ਦੇ ਇਸ ਚੀਜ਼ ਨੂੰ ਖੁਸ਼ੀ ਦੇ ਤਰੀਕੇ ਨਾਲ ਲੈ ਰਹੇ ਲੇਕਿਨ ਜਦੋਂ ਮੈਂ ਸੋਸ਼ਲ ਮੀਡੀਆ ਖੰਗਾਲਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਜੋ ਬਿਲੋ ਦਾ ਬੈਲਟ ਨੇ ਔਰ ਬੜੀਆਂ ਚੀਪ ਨੇ ਕਿ ਔਰਤ ਦਾ ਇੰਨੀ ਤਾਕਤ ਹੈ ਔਰਤ ਦੇ ਵਿੱਚ ਕਿ ਜੇ ਬੰਦਾ ਝੁੱਗੀ 'ਚ ਰਹਿ ਰਿਹਾ ਹੈ ਗਰੀਬ ਹੈ ਔਰ ਇੱਕ ਔਰਤ ਉਹਦੇ ਘਰ ਦੇ ਵਿੱਚ ਪੈਰ ਰੱਖੇ ਲక్ష్ਮੀ ਜੀ ਨੂੰ ਆਪਾਂ ਕਹਿੰਦੇ ਆ ਉਹ ਝੁੱਗੀ ਤੋਂ ਬੰਦੇ ਦੇ ਮਹਿਲ ਖੜੇ ਕਰ ਦਿੰਦੀ ਹੈ ਸੁਰਜੀਤ ਪਾਤਰ ਸਾਹਿਬ ਲਿਖਦੇ ਨੇ ਕਿ ਉਹ ਮੈਨੂੰ ਰਾਗ ਤੋਂ ਵਿਰਾਗ ਤੀਕਣ ਜਾਣਦਾ ਹੈ ਮੇਰੀ ਆਵਾਜ਼ ਦੇ ਉਹ ਹਰ ਰੰਗ ਵੀ ਪਹਿਚਾਣਦਾ ਹੈ ਜ਼ਰਾ ਜਿੰਨਾ ਹੌਕਾ ਭਰਾਂ ਤਾਂ ਡੋਲ ਜਾਂਦਾ ਹੈ ਕੰਬ ਜਾਂਦਾ ਹੈ ਉਹ ਹਜੇ ਸਿਰਫ ਮੇਰੇ ਹਾਸਿਆਂ ਦੇ ਹਾਣਦਾ ਜਦੋਂ ਪੱਤਰਕਾਰੀ ਦਾ ਪੇਸ਼ਾ ਚੁਣਿਆ ਤਾਂ ਉਸਤਾਦ ਹੋਰਾਂ ਨੇ ਇੱਕ ਦਿਨ ਕੋਲ ਬਿਠਾ ਕੇ ਕਿਹਾ ਕਿ ਪੱਤਰਕਾਰ ਦੇ ਵਿੱਚ ਨਾ ਪ੍ਰੇਮ ਬਹੁਤ ਜ਼ਰੂਰੀ ਹੁੰਦਾ ਹੈ ਇਸ਼ਕ ਵੀ ਜ਼ਰੂਰੀ ਹੁੰਦਾ ਹੈ ਮੈਂ ਪੁੱਛਿਆ ਕਿਉਂ ਮੈਨੂੰ ਕੰਮ ਕਰ ਲੈਣ ਦਿਓ ਪੱਤਰਕਾਰੀ ਕਰ ਰਿਹਾ ਚੰਗੀ ਗੱਲ ਹੈ ਲੇਕਿਨ ਕਹਿੰਦੇ ਨਹੀਂ ਇੱਕ ਪੱਤਰਕਾਰ ਦਿਨ ਤੋਂ ਲੈ ਕੇ ਰਾਤ ਤੱਕ ਖਬਰਾਂ ਦੇ ਨਾਲ ਦੋ ਹੱਥ ਕਰਦਾ ਜੂਝਦਾ ਔਰ ਉਹਦੇ ਵਿੱਚ ਨੈਗੇਟਿਵਿਟੀ ਹੁੰਦੀ ਹੈ ਪ੍ਰੇਮ ਦਾ ਕੰਮ ਉਹੀ ਹੈ ਇਸ਼ਕ ਦਾ ਕੰਮ ਉਹੀ ਹੈ ਮੁਹੱਬਤ ਦਾ ਕੰਮ ਉਹੀ ਹੈ ਕਿ ਉਹ ਤੁਹਾਨੂੰ ਉਸ ਨੈਗੇਟਿਵਿਟੀ ਤੋਂ ਦੂਰ ਲੈ ਕੇ ਚਲੀ ਜਾਂਦੀ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਖਬਰ ਚੱਲਦੀ ਪਈ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਵਿਆਹ ਕਰਵਾਉਣ ਜਾ ਰਹੇ ਆ ਉਸ ਤੋਂ ਬਾਅਦ ਤਰ੍ਹਾਂ ਦੇ ਸਵਾਲ ਨੇ ਲੇਕਿਨ ਜਜ਼ਬਾਤਾਂ ਦੀ ਕੀ ਅਹਿਮੀਅਤ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਯੋਗਰਾਜ ਜੀ ਔਰ ਉਹਨਾਂ ਦੇ ਹਮਸਫਰ ਨੀਨਾ ਜੀ ਮੇਰੇ ਨਾਲ ਨੇ ਲੋਕ ਕੀ ਕਹਿਣਗੇ ਸਮਾਜ ਕੀ ਕਹੇਗਾ ਇੰਨੇ ਘਰ ਉਜਾੜਤੇ ਔਰ ਹੁਣ ਵੀ ਲੋਕ ਕਹਿੰਦੇ ਪਏ ਆ ਮੈਂ ਇਹ ਨਹੀਂ ਕਹਿੰਦਾ ਕਿ ਇੰਨੇ ਘਰ ਉਜਾੜ ਤੇ ਜਾਂ ਇੰਨਾ ਕੁਝ ਹੋ ਗਿਆ ਇੱਕ ਬੰਦਾ ਬੜੀ ਮਿਹਨਤ ਕਰਕੇ ਉਹਨੇ ਬੜੀ ਬੁਲੰਦ ਆਵਾਜ਼ ਪੰਜਾਬ ਦੀ ਕੀਤੀ ਪਾਰਲੀਮੈਂਟ 'ਚ ਕੀਤੀ ਉਸ ਤੋਂ ਬਾਅਦ ਪੰਜਾਬ 'ਚ ਰਿਹਾ ਪੰਜਾਬ ਦੀ ਮਿੱਟੀ 'ਤੇ ਜੰਮਿਆ ਪੰਜਾਬ ਦੀ ਧਰਤੀ 'ਤੇ ਉਹ ਵੱਡਾ ਹੋਇਆ ਔਰ ਇੰਨੀ ਮਿਹਨਤ ਕਰਕੇ ਉਹ ਸੀਐਮ ਬਣਿਆ ਭਗਵੰਤ ਮਾਨ ਜੀ ਮੈਂ ਉਹਨਾਂ ਨੂੰ ਸਲੂਟ ਕਰਦਾ ਪਹਿਲੀ ਗੱਲ ਇਹ ਹੈ ਔਰ ਦੂਜੀ ਗੱਲ ਇਹ ਹੈ ਕਿ ਨਵੇਂ ਆਏ ਨੇ ਬੜੇ ਪਾਰਟੀਆਂ ਵਾਲੇ ਆਏ ਚਲੇ ਗਏ ਇਹ ਘਰ ਉਜਾੜਨ ਦਾ ਸਿਲਸਿਲਾ ਜਿਹੜਾ ਹੈ ਲੰਕੇਸ਼ਵਰ ਜੀ ਇਹ ਕੋਈ ਅੱਜ ਨਹੀਂ ਸ਼ੁਰੂ ਹੋਇਆ ਜਦ ਦੀ ਆਜ਼ਾਦੀ ਹੋਈ ਹੈ ਉਦੋਂ ਤੋਂ ਸ਼ੁਰੂ ਹੋਇਆ ਅੰਗਰੇਜ਼ਾਂ ਦੇ ਟਾਈਮ 'ਤੇ ਉਹਨਾਂ ਨੇ ਬੜੇ ਹਿੰਦੁਸਤਾਨ ਦੇ ਘਰ ਉਜਾੜੇ ਬਹੁਤ ਕੁਝ ਕੀਤਾ ਇਸ ਦੇਸ਼ ਨੂੰ ਵੰਡਿਆ ਇਸ ਦੇਸ਼ ਦੇ ਵਿੱਚ ਬੜਾ ਖਿਲਵਾੜ ਕੀਤਾ ਅਸੀਂ ਵੀ 70-75 ਸਾਲ ਦੀ ਆਜ਼ਾਦੀ ਦੇ ਵਿੱਚ ਹੀ ਕੁਛ ਕੀਤਾ ਸਾਡੇ ਲੀਡਰ ਸਾਹਿਬਾਨ ਸਾਡੀਆਂ ਸਰਕਾਰਾਂ ਨੇ ਜੋ ਖਿਲਵਾੜ ਇਸ ਦੇਸ਼ ਨਾਲ ਅਤੇ ਪੰਜਾਬ ਨਾਲ ਕੀਤਾ ਹੈ ਮੈਨੂੰ ਨਹੀਂ ਪਤਾ ਰੱਬ ਉਹਨਾਂ ਨੂੰ ਕਿਹੜੇ ਜਨਮ 'ਚ ਜਾ ਕੇ ਕਿੱਥੇ ਜਾ ਕੇ ਮਾफ़ ਕਰੇਗਾ ਅਤੇ ਕਿਹੋ ਜਿਹੀਆਂ ਸਜ਼ਾ ਮਿਲਣਗੀਆਂ ਲੇਕਿਨ ਜਿਹੜੀ ਤੁਸੀਂ ਸਵਾਲ ਪੁੱਛਿਆ ਮੈਂ ਸਮਝਦਾ ਕਿ ਹਰ ਆਦਮੀ ਨੂੰ ਇੱਕ ਵਕਤ ਦੇਣਾ ਚਾਹੀਦਾ ਅੱਜ ਉਹ ਕੁਰਸੀ 'ਤੇ ਆ ਕੇ ਬੈਠੇ ਹੈ ਔਰ ਮੈਂ ਸਮਝਦਾ ਕਿ ਸਾਲ 2 ਸਾਲ 3 ਸਾਲ 5 ਸਾਲ ਉਹ ਕਿਸੇ ਦੀ ਕਹਾਵਤ ਹੈ ਬੜੀ ਉਹ ਕਹਿੰਦਾ ਨਾਈਆ ਬਾਲ ਕਿੱਡੇ ਕਹਿੰਦਾ ਜਮਾਨਾ ਸਾਹਮਣੇ ਆ ਜਾਣੇ ਸੋ ਆਈ ਥਿੰਕ ਹਰੇਕ ਬੰਦਾ ਦਾ ਜਿਹੜਾ ਕੰਮ ਕਾਜ ਹੈ ਉਹ ਸਾਹਮਣੇ ਦਿਖਦਾ ਪਰ ਮੈਂ ਸਮਝਦਾ ਨਵੇਂ ਆਏ ਬੰਦੇ ਨੂੰ ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ ਨੀਨਾ ਇੱਕ ਚੀਜ਼ ਦੱਸੋ ਤੁਹਾਡੇ ਮੁਤਾਬਕ ਇੱਕ ਔਰਤ ਦੀ ਇੱਕ ਮਰਦ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੁੰਦੀ ਹੈ
ਔਰ ਉਹਦਾ ਜੋ ਮਾਰਗਦਰਸ਼ਨ ਹੁੰਦਾ ਹੈ, ਉਹਦੇ ਵਿੱਚ ਔਰਤ ਕਿਸ ਤਰੀਕੇ ਦੀ ਭੂਮਿਕਾ ਅਦਾ ਕਰਦੀ ਹੈ? ਦੇਖੋ, ਹਸਬੈਂਡ ਵਾਈਫ ਦੋਨੋਂ ਇੱਕ ਕਹਿੰਦੇ ਨਾ, ਜਿਵੇਂ ਇੱਕ ਗੱਡੀ ਦੇ ਪਹੀਏ ਨੇਗੇ, ਦੋਨੋਂ ਹੀ ਬਰਾਬਰ ਚੱਲਦੇ, ਦੋਨਾਂ ਦਾ ਕੰਮ ਬਰਾਬਰ ਆ। ਬਾਕੀ ਰਹੀ ਕਿ ਔਰਤ ਦਾ ਕੀ ਰੋਲ ਆ ਇੱਕ ਬੰਦੇ ਦੀ ਉਹ 'ਚ, ਸੋ ਮੈਂ ਸਮਝਦੀ ਹਾਂ ਕਿ ਬੰਦਾ ਅਗਰ ਘਰ ਤੋਂ ਬਾਹਰ ਕੰਮ ਕਰ ਰਿਹਾ ਤਾਂ ਔਰਤ ਦਾ ਕੰਮ ਆ ਕਿ ਘਰ ਨੂੰ ਸੰਭਾਲਣਾ, ਬੱਚਿਆਂ ਨੂੰ ਸੰਭਾਲਣਾ। ਉਹਦੇ ਸਿਰ ਤੇ ਕੋਈ ਇੰਨੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿ 24 ਘੰਟੇ ਉਹਦਾ ਦਿਮਾਗ ਘਰ ਵੱਲ ਨੂੰ ਹੋਏ। ਤੇ ਅਗਰ 24 ਘੰਟੇ ਆਪਾਂ ਇੱਕ ਬੰਦੇ ਤੇ ਡੰਡਾ ਦੇ ਹੀ ਰੱਖਾਂਗੇ ਤਾਂ ਮੇਰਾ ਖਿਆਲ ਆ ਉਹ ਜਨਾਨੀ ਨਹੀਂ ਹੈ। ਤੇ ਬਾਕੀ ਇਹ ਚੀਜ਼ ਇਹ ਨਹੀਂ ਕਹਿ ਸਕਦੇ ਕਿ ਔਰਤ ਹੀ ਘਰ ਸਾਂਭਦੀ ਆ ਜਾਂ ਔਰਤ ਹੀ, ਬਹੁਤ ਸਾਰੇ ਬੰਦੇ ਨੇ ਜੋ ਦੋਨੋਂ ਪਾਸੇ ਹੀ ਚੱਲ ਰਹੇ ਨੇਗੇ। ਹੁਣ ਯੋਗ ਨੇਗੇ, ਯੋਗ ਫਿਲਮਾਂ ਵੀ ਕਰ ਰਹੇ ਨੇ, ਮੇਰੀ ਦੇਖਭਾਲ ਵੀ ਕਰਦੇ ਨੇ, ਬੱਚਿਆਂ ਦੀ ਵੀ ਦੇਖਣੀ। ਮੇਰਾ ਖਿਆਲ ਆ ਮੇਰੇ ਨਾਲੋਂ ਜ਼ਿਆਦਾ ਬਰਡਨ ਉਹਨਾਂ 'ਤੇ ਰਹਿੰਦਾ ਕਿ ਮੈਂ ਘਰ ਵੀ ਚਲਾਉਣਾ, ਬੱਚਿਆਂ ਦੀ ਚੰਗੀ ਪਰਵਰਿਸ਼ ਵੀ ਕਰਨੀ ਆ, ਵਾਈਫ ਨੂੰ ਵੀ ਸੌਖਾ ਰੱਖਣਾ, ਸਾਰੀ ਚੀਜ਼ ਦੇਖਣੀ ਆ। ਸੋ ਕੱਲੀ ਔਰਤ ਦਾ ਨਹੀਂ ਉਹ 'ਚ ਕੋਈ ਹਿੱਸਾ ਹੈਗਾ। ਅੱਛਾ ਯੁਵਰਾਜ, ਇੱਕ ਚੀਜ਼ ਦੱਸੋ, ਸੀਐਮ ਮਾਨ ਸਾਹਿਬ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ, ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ, ਨਵਾਂ ਫੇਜ਼ ਹੈ ਉਹਨਾਂ ਦੀ ਜ਼ਿੰਦਗੀ ਦਾ। ਉਹ ਤਾਂ ਚਲੋ ਇਸ ਚੀਜ਼ ਨੂੰ ਖੁਸ਼ੀ ਦੇ ਤਰੀਕੇ ਨਾਲ ਲੈ ਰਹੇ, ਉਹਨਾਂ ਦੇ ਘਰ ਦੇ ਇਸ ਚੀਜ਼ ਨੂੰ ਖੁਸ਼ੀ ਦੇ ਤਰੀਕੇ ਨਾਲ ਲੈ ਰਹੇ। ਲੇਕਿਨ ਜਦੋਂ ਮੈਂ ਸੋਸ਼ਲ ਮੀਡੀਆ ਖੰਗਾਲਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਜੋ ਬਿਲੋ ਦਾ ਬੈਲਟ ਨੇ ਔਰ ਬੜੀਆਂ ਚੀਪ ਨੇ। ਹੁਣ ਕਈ ਜਿਹੜੇ ਹੈਗੇ ਨੇ ਜੋ ਇਹ ਇੰਟਰਵਿਊ ਵੀ ਸੁਣਨਗੇ, ਕਈਆਂ ਨੇ ਥੱਲੇ ਟਰੋਲਰਸ ਨੇ ਆਏ ਨੇ ਆ ਕੇ ਕਹਿਣਾ ਕਿ ਯਾਰ ਇਹ ਖਬਰ ਹੈ, ਤੁਸੀਂ ਇਹ 'ਤੇ ਗੱਲ ਕਿਉਂ ਕਰ ਰਹੇ ਹੋ, ਚਰਚਾ ਕਿਉਂ ਕਰ ਰਹੇ ਹੋ। ਲੇਕਿਨ ਗੱਲ ਜੇ ਨਹੀਂ ਕਰਾਂਗੇ ਤਾਂ ਸਮਝਾਵਾਂਗੇ ਕਿਵੇਂ? गुरु अर्जुन देव जी ने कहा है, जब तक जग में रहिए कुछ सुनिए कुछ कहिए। सो विचार करना हर गल ते, और वो जिहड़ी इस देश नाल या किसी स्टेट नाल जुड़ी है, थोड़ा ये सवाल करना वाजिब है। मैं समझदा सानू थोड़ियां गल्लां दा जवाब देना ज़रूरी है। लेकिन मैं समझदा जिथे तक तुसीं मान साहब की गल कीती है या किसी की भी गल कीती है, परसनल डिसीजन ने, परसनल डिसीजन च मैं ज़्यादा इंटरफेयर नहीं करता। पर हाँ, मैं एक गल जरूर कहना, औरत पावर ऑफ द वुमन, मैं एक बुक पढ़ी है बड़ी कमाल दी। ऑथर कौन है? मेरे दिमाग नहीं च हैगी गल, मैनूं याद आ गया मैं दस दूंगा, बट वो अमेरिकन ऑथर हैगा, बहुत पुरानी बुक है द पावर ऑफ द वुमन। ਉਹਦੇ 'ਚੋਂ ਲਿਖਦਾ ਹੈ ਕਿ ਔਰਤ ਦਾ ਇੰਨੀ ਤਾਕਤ ਹੈ ਔਰਤ ਦੇ ਵਿੱਚ ਕਿ ਜੇ ਬੰਦਾ ਝੁੱਗੀ 'ਚ ਰਹਿ ਰਿਹਾ ਹੈ, ਗਰੀਬ ਹੈ, ਔਰ ਇੱਕ ਔਰਤ ਉਹਦੇ ਘਰ ਦੇ ਵਿੱਚ ਪੈਰ ਰੱਖੇ, ਲక్ష్ਮੀ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਝੁੱਗੀ ਤੋਂ ਬੰਦੇ ਦੇ ਮਹਿਲ ਖੜੇ ਕਰ ਦਿੰਦੀ ਹੈ। ਔਰ ਉਹਦੇ 'ਚ ਉਨੀ ਵੀ ਤਾਕਤ ਹੈ ਕਿ ਜੇ ਉਹ ਚਾਹਵੇ ਤਾਂ ਮਹਿਲਾਂ ਤੋਂ ਕੱਖਾਂ ਦੀ ਝੁੱਗੀ ਵੀ ਬਣਾ ਦਿੰਦੀ ਹੈ। ਸੋ ਮੈਂ ਸਮਝਦਾ ਕਿ ਹਰ ਬੰਦੇ ਦੇ ਜੀਵਨ ਦੇ ਵਿੱਚ ਇੱਕ ਅੱਛਾ ਸਾਥੀ ਔਰਤ, ਉਹਦੀ ਵਾਈਫ ਜਿਹੜੀ ਹੈ, ਉਹਦੀ ਪਾਵਰ ਹੈ। ਮੈਂ ਸਮਝਦਾ ਪ੍ਰੋਵਾਈਡਡ ਉਹ ਉਹਦੇ ਨਾਲ ਓਨੈਸਟ ਹੈ, ਸਿੰਸੀਅਰ ਹੈ, ਉਹਦੇ ਨਾਲ ਬੈਕਿੰਗ ਕਰਦੀ ਹੈ, ਉਹਨੂੰ ਸਮਝਾਉਂਦੀ ਹੈ, ਚੰਗੇ ਮਾੜੇ ਤੋਂ ਮੋੜਦੀ ਹੈ। ਕਿਉਂਕਿ ਮੈਂ ਔਰਤ ਦੇ ਵਿੱਚ ਇੱਕ ਮਾਂ ਦੇਖੀ ਹੈ, ਵਾਈਫ ਦੇ ਵਿੱਚ ਇੱਕ ਦੋਸਤ ਦੇਖਿਆ, ਇੱਕ ਸੱਜਣ ਦੇਖਿਆ, ਇੱਕ ਰਿਸ਼ਤੇਦਾਰ ਦੇਖਿਆ, ਇੱਕ ਬੱਚਾ ਦੇਖਿਆ। ਉਹ ਸਾਰੇ ਰਿਸ਼ਤੇ ਤਮਾਮ ਜਿਨ੍ਹਾਂ ਨੂੰ ਆਪਾਂ ਬਹੁਤ ਪਿਆਰ ਕਰਦੇ ਹਾਂ, ਮੈਂ ਇੱਕ ਔਰਤ 'ਚ ਦੇਖਦਾ। ਔਰ ਮੈਂ ਸਮਝਦਾ ਕਿ ਹਰ ਆਦਮੀ, ਸਪੈਸ਼ਲੀ ਜਦੋਂ ਰਾਜ ਭਾਗ ਚਲਾ ਰਿਹਾ ਹੋਵੇ, ਰਾਜ ਭਾਗ ਜੇ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ ਤਾਂ ਬਹੁਤ ਸਾਰੇ ਰਾਜੇ ਜਿਹੜੇ ਸਕਸੈਸਫੁਲ ਹੋਏ ਹੈ, ਜਿਨ੍ਹਾਂ ਨੇ ਤਰੱਕੀ ਕੀਤੀ ਹੈ, ਲੋਕਾਂ ਬਾਰੇ ਸੋਚਿਆ, ਉਹਦੇ ਵਿੱਚ ਉਹਨਾਂ ਦੀ ਵਾਈਫ ਦਾ, ਔਰਤ ਦਾ ਬੜਾ ਵੱਡਾ ਹੱਥ ਹੈ। ਔਰ ਮੈਂ ਸਮਝਦਾ ਕਿਸੇ ਵੀ ਬੰਦੇ ਨੂੰ ਤਖਤੋ ਤਾਜ 'ਤੇ ਬੈਠਣ ਤੋਂ ਪਹਿਲਾਂ ਦੋ ਚੀਜ਼ਾਂ ਹਮੇਸ਼ਾ ਉਹਦੇ ਕੋਲ ਹੋਣੀਆਂ ਚਾਹੀਦੀਆਂ। ਇੱਕ ਜਿਹੜੀ ਵਫਾਦਾਰ ਔਰਤ ਅਤੇ ਵਫਾਦਾਰ ਸਾਥੀ, ਜਿਹਨੂੰ ਆਪਾਂ ਕਹਿੰਦੇ ਐਡਵਾਈਜ਼ਰ, ਜਿਹਨੂੰ ਆਪਾਂ ਕਹਿੰਦੇ ਜਰਨੈਲ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਇਸ ਕਰਕੇ ਵੱਡਾ ਗਿਣਦਾ ਕਿਉਂਕਿ ਉਹਦੇ ਕੋਲ ਰਾਣੀ ਸਾਹਿਬਾ ਤੋਂ ਲੈ ਕੇ ਜਰਨੈਲ ਜਿਹੜੇ ਸੀ, ਹਰੀ ਸਿੰਘ ਨਲੂਆ ਜੀ ਵਰਗੇ, ਅਕਾਲੀ ਫੂਲਾ ਸਿੰਘ ਜੀ ਵਰਗੇ, ਜਨਰਲ ਜ਼ੋਰਾਵਰ ਸਿੰਘ ਜੀ ਵਰਗੇ, ਮੋਹਕਮ ਸਿੰਘ ਵਰਗੇ, ਇਹ ਲੋਕਾਂ ਨੇ ਉਹ ਰਾਜ ਭਾਗ ਸੰਭਾਲਿਆ। ਅਤੇ 40 ਸਾਲ ਉਸ ਰਾਜ ਦੀ ਆਪਾਂ ਕਦੇ ਵੀ ਗੱਲ ਕਰੀਏ, ਕਿਸੇ ਵੀ ਬੰਦੇ ਨੇ ਇਹੋ ਜਿਹਾ ਰਾਜ ਸਥਾਪਿਤ ਨਹੀਂ ਕੀਤਾ ਅਤੇ ਨਾ ਚਲਾਇਆ। ਸੋ ਮੈਂ ਸਮਝਦਾ ਕਿ ਔਰਤ ਕਿਸੇ ਵੀ ਮਕਾਮ 'ਚ ਹੋਵੇ, ਕਿਤੇ ਵੀ ਹੋਵੇ, ਉਹ ਇੱਕ ਬੰਦੇ ਦੀ ਤਾਕਤ ਹੈ ਔਰ ਬੰਦਾ ਔਰਤ ਤੋਂ ਬਗੈਰ ਬਹੁਤ ਦੂਰ ਹੈ। ਨੀਨਾ ਜੀ, ਇੱਕ ਚੀਜ਼ ਦੱਸੋ, ਮੈਂ ਤੁਹਾਡੇ ਤਜਰਬੇ ਤੋਂ ਜਾਣਨਾ ਚਾਹੁੰਦਾ, ਤੁਸੀਂ ਆਪਣੇ ਤਜਰਬੇ ਤੋਂ ਇਹ ਜੋ ਹੋਣ ਵਾਲਾ ਹੈ ਸੀਐਮ ਮਾਨ ਦੀ ਲਾਈਫ ਦੇ ਵਿੱਚ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਅਸੀਂ ਕਹਿੰਦੇ ਟਰੋਲਰ ਹੈਗੇ ਆ, ਲੇਕਿਨ ਜਦੋਂ ਤੁਸੀਂ ਇੱਕ ਦੂਜੇ ਨੂੰ ਚੁਣਿਆ ਉਸ ਵੇਲੇ ਤੁਹਾਨੂੰ ਵੀ ਸਮਾਜ ਨੇ ਅਲੱਗ ਤਰੀਕੇ ਦੇ ਨਾਲ ਟਰੋਲ ਕੀਤਾ ਹੋਏਗਾ, ਕੋਈ ਤਜਰਬਾ ਕੁਛ ਇਹੋ ਜਿਹਾ ਵੀ ਹੈ?
ਬਿਲਕੁਲ। ਦੇਖੋ, ਚੰਗੀ ਮਾੜੀ ਗੱਲਾਂ ਤੁਹਾਨੂੰ ਹਮੇਸ਼ਾ ਸੁਣਨ ਨੂੰ ਮਿਲਦੀਆਂ ਨੇ, ਕਿਉਂਕਿ ਲੋਕੀ ਇਹ ਨਹੀਂ ਸੋਚਦੇ ਕਿ ਹਰ ਬੰਦੇ ਦੀ ਇੱਕ ਆਪਣੀ ਲਾਈਫ ਆ। ਉਹ ਉਹਦੀ ਲਾਈਫ ਨਹੀਂ ਛੱਡਦੇ ਹੈਗੇ, ਉਹ ਆਪਣੇ ਆਪਣੇ ਹਿਸਾਬ ਨਾਲ ਉਹਨੂੰ ਚਲਾਉਣਾ ਚਾਹੁੰਦੇ ਨੇ, ਜਦੋਂ ਕਿ ਗਲਤ ਆ। ਉਹ ਇਹ ਨਹੀਂ ਦੇਖਦੇ ਕਿ ਇਸ ਬੰਦੇ ਦੇ ਕੀ ਹਾਲਾਤ ਹੋਣਗੇ, ਇਹਨੇ ਐਦਾਂ ਕਿਉਂ ਕੀਤਾ। ਸੋ ਅਗਰ ਸੀਐਮ ਮਾਨ ਨੇਗੇ ਅੱਜ ਕਹਿ ਰਹੇ ਨੇ ਕਿ ਮੈਂ ਵਿਆਹ ਕਰਾਉਣਾ, ਤਾਂ ਉਹਨਾਂ ਦੀ ਆਪਣੀ ਉਹ ਪਰਸਨਲ ਲਾਈਫ ਆ, ਉਹਨਾਂ ਨੂੰ ਜ਼ਿਆਦਾ ਪਤਾ ਕਿ ਉਹ ਇਸ ਦੂਜੇ ਵਿਆਹ ਤੱਕ ਕਿਉਂ ਆਏ। ਔਰ ਹਰੇਕ ਬੰਦੇ ਨੂੰ ਆਪਣੀ ਲਾਈਫ ਜਿਉਣ ਦਾ ਹੱਕ ਹੈ, ਚਾਹੇ ਉਹ ਲੇਡੀ ਆ, ਚਾਹੇ ਕੋਈ ਬੰਦਾ ਕੋਈ ਵੀ ਹੈ। ਬਾਕੀ ਜਦੋਂ ਸਾਡਾ ਹੋਇਆ ਸੀ ਉਦੋਂ ਵੀ ਬਹੁਤ ਕੁਝ ਲੋਕ ਬੋਲਦੇ ਸੀ, ਕਿਉਂਕਿ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਉਂ ਹੋ ਰਿਹਾ। ਕੁਝ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਬੰਦਾ ਛੁਪਾ ਲੈਂਦਾ, ਔਰ ਸਾਨੂੰ ਕੱਢਣੀਆਂ ਵੀ ਨਹੀਂ ਚਾਹੀਦੀਆਂ ਬਾਹਰ, ਕਿਉਂਕਿ ਸਾਡੀਆਂ ਪਰਸਨਲ ਨੇ ਉਹ ਗੱਲਾਂ, ਠੀਕ ਹੈ। ਤੇ ਅਸੀਂ ਦੋਨੋਂ ਖੁਸ਼ ਹਾਂ ਆਪਣੀ ਲਾਈਫ 'ਚ, ਮੇਰੇ ਬੱਚੇ ਖੁਸ਼ ਨੇ, ਮੇਰੇ ਪਰਿਵਾਰ ਖੁਸ਼ ਨੇਗੇ, ਅਸੀਂ ਸਾਰੇ ਠੀਕ ਹਾਂ, ਸਾਰੇ ਬੱਚੇ ਖੁਸ਼ ਨੇ। ਤੇ ਹਰੇਕ ਦੀ ਆਪਣੀ ਪਰਸਨਲ ਉਹ ਆ। ਮੇਰਾ ਖਿਆਲ ਆ ਸਾਨੂੰ ਇੰਟਰਫੇਅਰ ਇੰਨਾ ਨਹੀਂ ਕਰਨਾ ਚਾਹੀਦਾ ਕਿਸੇ ਦੀ ਲਾਈਫ 'ਚ ਕਿ ਅਸੀਂ ਇੰਨਾ ਇੰਟਰਫੇਅਰ ਕਰੀਏ ਕਿ ਅਗਲਾ ਤੰਗ ਹੀ ਆ ਜਾਏ। ਤੇ ਸੀਐਮ ਦਾ ਮਤਲਬ ਇਹ ਥੋੜ੍ਹੀ ਹੈ ਕਿ ਉਹਨਾਂ ਨੂੰ ਅਸੀਂ ਆਪਣੇ ਤੌਰ 'ਤੇ ਚਲਾਵਾਂਗੇ। ਘਰ ਤਾਂ ਉਹਨਾਂ ਦਾ ਆਪਣਾ ਨਾ, ਲਾਈਫ ਤਾਂ ਉਹਨਾਂ ਦੀ ਆਪਣੀ ਹੈ, ਇਹ ਸਾਨੂੰ ਅੰਡਰਸਟੈਂਡ ਕਰਨਾ ਪੈਣਾ। ਲੋਕਾਂ ਨੇ ਪੁਰਾਣੀਆਂ ਫੋਟੋਆਂ ਕੱਢ ਲਈਆਂ ਮਾਨ ਸਾਹਿਬ ਦੀਆਂ, ਬੱਚਿਆਂ ਦੀਆਂ ਫੋਟੋਆਂ ਕੱਢ ਲਈਆਂ। ਮਾਨ ਸਾਹਿਬ ਨੂੰ ਤਾਂ ਚਲੋ ਟਰੋਲ ਕਰਦੇ ਪਏ ਆ, ਉਹ ਬੱਚੇ ਜਿਹੜੇ ਬਾਹਰ ਬੈਠੇ ਹੋਏ ਉਹਨਾਂ ਨੂੰ ਵੀ ਟਰੋਲ ਕਰਨਾ ਸ਼ੁਰੂ ਕਰਤਾ। ਸਵਾਲ ਮੇਰਾ ਯੋਗ ਜੀ ਇਹ ਹੈ ਕਿ ਇਹ ਤਾਂ ਸਵਾਲ ਹੋਣਾ ਹੀ ਨਹੀਂ ਚਾਹੀਦਾ ਕਿ ਵਾਟ ਇਜ਼ ਗੋਇੰਗ ਇਨ ਹਿਸ ਪਰਸਨਲ ਲਾਈਫ। ਫਿਰ ਤੁਹਾਡੇ ਮੁਤਾਬਕ ਸਵਾਲ ਕੀ ਹੋਣੇ ਚਾਹੀਦੇ ਆ? ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦਿੰਦਾ ਵੀ ਲੋਕਾਂ ਨੇ ਤਾਂ ਪੀਰ ਪੈਗੰਬਰਾਂ ਨੂੰ ਨਹੀਂ ਛੱਡਿਆ। ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਰਈਆ ਕਿਹਾ, ਪਿਤਾਲਾ ਕਿਹਾ, ਪੱਥਰ ਮਾਰੇ, ਹੁਣ ਮੱਥੇ ਟੇਕਦੇ ਆ। ਸੋ ਲੋਕਾਂ ਦੀ ਗੱਲ ਛੱਡੋ, ਸਵਾਲ ਇਹ ਹੋਣਾ ਚਾਹੀਦਾ ਹੈ ਕਿ ਮਾਨ ਸਾਹਿਬ ਸੀਐਮ ਬਣ ਕੇ ਸਟੇਟ ਕਿਸ ਤਰ੍ਹਾਂ ਚਲਾ ਰਿਹਾ ਹੈ। ਮਾਨ ਸਾਹਿਬ ਨੂੰ ਆਏ ਨੂੰ ਕਿੰਨਾ ਚਿਰ ਹੋ ਗਿਆ, ਸਟੇਟ 'ਚ ਕੀ ਹੋ ਰਿਹਾ ਹੈ, ਤੁਹਾਡਾ ਕੀ ਵਿਚਾਰ ਹੈ? ਭਗਵੰਤ ਮਾਨ ਸੀਐਮ ਬਣੇ, ਤੁਹਾਡਾ ਖਿਆਲ ਹੈ ਗੱਲ ਕਿਤੇ ਲੋਕਾਂ ਨੂੰ ਹਜਮ ਹੈ ਦੂਜੀ ਪਾਰਟੀ ਵਾਲਿਆਂ ਨੂੰ, ਦੂਜੇ ਲੀਡਰਾਂ ਨੂੰ? ਨਹੀਂ, ਕਿਉਂਕਿ ਉਹ ਭੁੱਲ ਜਾਂਦੇ ਆ ਕਦੇ ਉਹ ਵੀ ਇਸ ਗੱਦੀ 'ਤੇ ਆ ਕੇ ਬੈਠੇ ਸੀ। ਕਈਆਂ ਨੂੰ ਬਗੈਰ ਸਟਰਗਲ ਕੀਤੇ, ਕਈਆਂ ਦੇ ਪੋਤੇ ਸੀਐਮ ਬਣ ਗਏ, ਕਈਆਂ ਦੇ ਪੋਤੇ ਹੀ ਸੀਐਮ ਬਣ ਗਏ। ਮੈਂ ਸਮਝਦਾ ਸਵਾਲ ਇਹ ਹੈ ਕਿ ਉਸ ਬੰਦੇ ਨੇ ਜਿੰਨੀ ਜਹਿਦ ਕੀਤੀ ਹੈ ਪੰਜਾਬ ਵਾਸਤੇ, ਔਰ ਦੱਬ ਕੇ ਉਹ ਸੱਚਾਈ 'ਤੇ ਖੜਿਆ ਹੋਇਆ ਬੋਲਿਆ, ਅੱਜ ਉਹ ਸਟੇਟ ਕਿਵੇਂ ਚਲਾਉਣਾ ਚਾਹੁੰਦਾ, ਕਿਵੇਂ ਚਲਾ ਰਿਹਾ। ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਗਵੰਤ ਮਾਨ ਇੱਕ ਬਹੁਤ ਆਲਾ ਸੀਐਮ ਸਾਬਿਤ ਹੋਣਗੇ, ਇਹ ਮੈਂ ਸਮਝਦਾ। ਲੇਕਿਨ ਉਹਦੇ ਵਿੱਚ ਗੱਲ ਤਾਂ ਹੈ ਕਿ ਜੇ ਉਹ ਬੜੀ ਦਲੇਰੀ ਨਾਲ, ਬੜੀ ਦ੍ਰਿੜਤਾ ਨਾਲ, ਉਹਨਾਂ ਕੋਲ ਐਡਵਾਈਜ਼ਰਿੰਗ ਕਮੇਟੀ ਬੜੀ ਚੰਗੀ ਹੋਵੇ, ਮੈਨੂੰ ਉਹਦਾ ਫਿਕਰ ਹੈ। ਉਹ ਵਿਆਹ ਕਰਾ ਰਹੇ ਹੈ, ਕੀ ਕਰ ਰਹੇ ਹੈ ਘਰ 'ਚ, ਉਹ ਮੇਰੀ ਪ੍ਰੋਬਲਮ ਨਹੀਂ ਹੈ, ਔਰ ਕਿਸੇ ਦੀ ਪ੍ਰੋਬਲਮ ਹੋਣੀ ਵੀ ਨਹੀਂ ਚਾਹੀਦੀ। ਸਵਾਲ ਇਹ ਹੈ ਕਿ ਉਹ ਪੰਜਾਬ ਨੂੰ ਕਿਵੇਂ ਚਲਾਉਣਾ ਚਾਹੁੰਦੇ। ਤੁਹਾਡੀ ਮੇਰੀ ਵਾਰਤਾਲਾਪ ਹੋਵੇ, ਤੁਸੀਂ ਮੈਨੂੰ ਸਵਾਲ ਪੁੱਛੋ ਕਿ ਯੋਗ ਜੀ ਤੁਸੀਂ ਕਿਵੇਂ ਸਮਝਦੇ ਹੋ ਕਿ ਸਟੇਟ ਕਿਵੇਂ ਚਲਾਉਣੀ ਚਾਹੀਦੀ ਹੈ, ਕਿਵੇਂ ਹੋਣਾ ਚਾਹੀਦਾ, ਉਹ ਯੋਗਦਾਨ, ਉਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਅੱਛਾ, ਜਦੋਂ ਤੁਹਾਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਮਾਨ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਚੈਪਟਰ ਸ਼ੁਰੂ ਹੋਣ ਵਾਲਾ, ਸਾਰਿਆਂ ਦੇ ਆਪਣੇ ਫਸਟ ਰਿਐਕਸ਼ਨ ਸੀਗੇ, ਤੁਹਾਡੇ ਰਿਐਕਸ਼ਨਸ ਕੀ ਸੀ? ਨਹੀਂ, ਮੈਂ ਜ਼ਿਆਦਾ ਇਸ ਚੀਜ਼ 'ਤੇ ਨਾ ਧਿਆਨ ਨਹੀਂ ਦਿੱਤਾ ਹੈਗਾ, ਕਿਉਂਕਿ ਮੇਰੀ ਆਦਤ ਨਹੀਂ ਹੈ ਕਿਸੇ ਦੀ ਲਾਈਫ 'ਚ ਜਾ ਕੇ ਬਾਹਲੇ ਪੈਰ ਵਿੱਚ ਹੱਥ ਪੈਰ ਪਾਉਣ ਦੀ। ਸੋ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ, ਕਿਉਂਕਿ ਉਹ ਕਾਫੀ ਟਾਈਮ ਤੋਂ ਅਲੱਗ ਰਹਿ ਰਹੇ ਸੀ। ਅਗਰ ਉਹ ਅਲੱਗ ਰਹਿ ਰਹੇ ਸੀ ਤਾਂ ਇਟ ਮੀਨਸ ਉਹਨਾਂ ਦੀ ਆਪਸ 'ਚ ਕੁਛ ਨਾ ਕੁਛ ਤਾਂ ਪ੍ਰੋਬਲਮ ਸੀ ਨਾ, ਜੋ ਹੁਣ ਤੱਕ ਉਹ ਸੀਐਮ ਬਣਨ ਤੱਕ ਵੀ ਇਕੱਠੇ ਨਹੀਂ ਹੋ ਸਕੇ। ਸੋ ਬੈਟਰ ਇਹ ਹੈ, ਅਗਰ ਤੁਹਾਡੀ ਨਹੀਂ ਬਣਦੀ ਹੈਗੀ ਤਾਂ ਤੁਸੀਂ ਅੱਡ ਰਹਿ ਕੇ ਵੀ ਅੱਛੇ ਤਰੀਕੇ ਇੱਕ ਦੂਜੇ ਨੂੰ ਮਿਲੋ। ਮੇਰੇ ਖਿਆਲ ਉਸ ਤੋਂ ਵਧੀਆ ਲਾਈਫ ਨਹੀਂ ਹੈ। ਰੋਜ਼ ਦੇ ਕਲੇਸ਼ਬਾਜੀ ਤੋਂ ਜ਼ਿਆਦਾ ਚੰਗਾ ਕਿ ਤੁਸੀਂ ਆਪਣੇ ਰਾਹ ਤੁਰੋ। ਔਰ ਇਹ 'ਚ ਮੈਂ ਤਾਂ ਰਿਐਕਸ਼ਨ ਮੇਰਾ ਖਿਆਲ ਦੇਣਾ ਹੀ ਨਹੀਂ ਚਾਹੁੰਦੀ ਹੈਗੀ ਕੋਈ ਵੀ ਇੱਦਾਂ ਦਾ। ਇਹ ਇਹੀ ਸੋਚ ਸਾਰਿਆਂ ਦੀ ਬਣ ਜਾਏਗੀ, ਸਾਨੂੰ ਰਿਐਕਸ਼ਨ ਦੇਣਾ ਹੀ ਨਹੀਂ ਹੈ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਮੁੱਦੇ ਜਿਹੜੇ ਹੈਗੇ ਨੇ ਮੈਨੂੰ ਲੱਗਦਾ ਡੀ ਟਰੈਕ ਵੀ ਨਹੀਂ ਹੋਣਗੇ, ਅਸੀਂ ਮੁੱਦਿਆਂ 'ਤੇ ਰਹਾਂਗੇ। ਮੈਂ ਤੁਹਾਡੀ ਇਹਨਾਂ ਦੀ ਗੱਲ ਨਾਲ, ਨੀਨਾ ਜੀ ਦੀ ਗੱਲ ਨਾਲ ਬੜਾ ਸਹਿਮਤ ਹਾਂ ਕਿ ਆਪਾਂ ਕੌਣ ਹੁੰਨੇ ਆ ਕਿਸੇ ਦੀ ਪਰਸਨਲ ਲਾਈਫ 'ਤੇ ਟਿੱਪਣੀ ਕਰਨ ਵਾਲੇ। ਇਸ ਦੁਨੀਆ 'ਚ ਕੋਈ ਕੀ ਕਰ ਰਿਹਾ, ਮੈਂ ਲੋਕਾਂ ਨੂੰ ਪੁੱਛਦਾ, ਕਦੇ ਆਪਣੇ ਗਿਰੇਬਾਨ 'ਚ ਝਾਕ ਕੇ ਦੇਖ ਲਿਆ ਕਰੋ ਕਿ ਤੁਸੀਂ ਕੀ ਹੋ, ਅਤੇ ਉਸ ਤੋਂ ਬਾਅਦ ਤੁਸੀਂ ਕਿਸੇ 'ਤੇ ਟਿੱਪਣੀ ਕਰੋ। ਪਰ ਹਾਂ, ਕਈ ਵਾਰੀ ਹੁਣ ਜੇ ਤੁਸੀਂ ਮੈਨੂੰ ਪੁੱਛੋ, ਉਹ ਕਹਿੰਦੇ ਦਰਵਾਜ਼ਾ ਇਹਨਾਂ ਖੋਲ੍ਹ ਕੇ ਰੱਖਣਾ ਚਾਹੀਦਾ ਹੈ, ਗਿਆ ਸ਼ਾਇਦ ਕਦੇ ਮੁੜਿਆ ਹੈ। ਪਰ ਜੇ ਉਡੀਕਦੇ ਬੰਦਾ ਬੁੱਢਾ ਹੋ ਜੇ ਤੇ ਜਾਣ ਵਾਲਾ ਨਾ ਮੁੜੇ, ਤਾਂ ਫਿਰ ਉਹਨੂੰ ਇੱਕ ਨਵਾਂ ਦਰਵਾਜ਼ੇ 'ਚੋਂ ਨਵਾਂ ਸੱਜਣ ਲੈ ਆਉਣਾ ਚਾਹੀਦਾ ਹੈ। ਕਿਉਂਕਿ ਇਹ ਜੀਵਨ ਐਸਾ ਰੱਬ ਨੇ ਬਣਾਇਆ ਹੈ, ਬੰਦਾ ਔਰਤ ਬਗੈਰ ਅਧੂਰਾ ਹੈ,
ਔਰਤ ਬੰਦੇ ਬਗੈਰ ਅਧੂਰੀ ਹੈ। ਔਰ ਲੰਕੇਸ਼ਵਰ ਦੀ ਸਾਡੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੀ ਲੋੜ ਸ਼ਾਇਦ ਤੁਹਾਨੂੰ ਜਵਾਨੀ 'ਚ ਮਹਿਸੂਸ ਹੋਵੇ ਨਾ ਹੋਵੇ, ਪਰ ਜਦ ਤੁਸੀਂ ਅੱਧ-ਖੜ ਉਮਰ ਟੱਪਦੇ ਹੋ 50 ਸਾਲ ਤੋਂ, ਤਾਂ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸਦਾ ਕਿ ਤੁਹਾਨੂੰ ਇੱਕ ਉਹ ਜੀਵਨ ਸਾਥੀ ਜਿਹਦੇ ਨਾਲ ਤੁਸੀਂ ਵਿਆਹ ਕਰਾਇਆ ਜਾਂ ਉਹਨੂੰ ਅਪਣਾਇਆ, ਜਿਹੜਾ ਸੁੱਖ ਦੁੱਖ ਉਹਦੇ ਨਾਲ ਕਰ ਸਕਦੇ ਹੋ, ਉਹਦੇ ਨਾਲ ਤੁਰ ਸਕਦੇ ਹੋ, ਕਿਉਂਕਿ ਬੁਢਾਪਾ ਹੀ ਅੱਧ-ਖੜ ਤੇ ਬੁਢਾਪੇ ਤੱਕ ਤੁਹਾਡਾ ਜਿਹੜਾ ਸਾਥੀ ਹੈ, ਉਹ ਬੇਸ਼ੱਕ ਆਦਮੀ ਹੈ ਜਾਂ ਔਰਤ ਹੈ, ਉਹਦੇ ਨਾਲ ਹੀ ਤੁਹਾਡੀ ਜ਼ਿੰਦਗੀ ਚੱਲਦੀ ਹੈ, ਕਿਉਂਕਿ ਬੱਚੇ ਵੱਡੇ ਹੋ ਗਏ, ਆਪਣੀ ਆਪਣੀ ਜਗ੍ਹਾ ਸੈੱਟ ਹੋ ਜਾਣੇ ਸੇ। ਸੋ ਮੈਂ ਸਮਝਦਾ ਕਿ ਉਹ ਸਾਥੀ ਦੇ ਨਾਲ ਬਹੁਤ ਜ਼ਰੂਰੀ ਹੈ। ਹਾਂ, ਕੌਣ ਕੀ ਕਰ ਰਿਹਾ ਇਹ ਜ਼ਰੂਰੀ ਨਹੀਂ, ਕੌਣ ਦੇਸ਼ ਵਾਸਤੇ ਸਟੇਟ ਵਾਸਤੇ ਕੀ ਕਰ ਰਿਹਾ ਇਹ ਜ਼ਰੂਰੀ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜ਼ਰੂਰੀ ਹੈ ਸਾਥੀ ਦਾ ਹੋਣਾ, ਕੋਈ ਉਦਾਹਰਨ ਦੇ ਕੇ ਕਹੋ, ਦੱਸੋ ਆਪਣੀ ਜ਼ਿੰਦਗੀ 'ਚੋਂ ਤਜਰਬਾ ਲੋਕਾਂ ਨਾਲ ਸਾਂਝਾ ਕਰੋ ਕਿ ਕਿਉਂ ਤੁਸੀਂ ਇਹ ਗੱਲ ਕਹਿੰਦੇ ਹੋ। ਮੈਂ ਆਪਣੇ ਪਰਿਵਾਰ ਦੀ ਗੱਲ ਕਰ ਸਕਦਾ। ਮੇਰੇ ਫਾਦਰ ਸਾਹਿਬ ਦੇ ਜਿਹੜੇ ਪਹਿਲੇ ਬੀਜੀ ਸੀ ਉਹ ਚਲੇ ਗਏ ਸੀ ਦੁਨੀਆ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੇ ਵੱਡੇ ਬੇਟੇ ਨੂੰ ਜ਼ਹਿਰ ਦੇ ਕੇ ਸ਼ਰੀਕਾਂ ਨੇ ਕਨੇਚ ਪਿੰਡ 'ਚ ਮਾਰਤਾ। ਉਸ ਤੋਂ ਬਾਅਦ ਉਹ ਬੜੇ ਟੁੱਟ ਗਏ। ਉਹਨਾਂ ਦੀ ਬੇਟੀ ਦੀ ਸ਼ਾਦੀ ਹੋ ਗਈ, ਮੇਰੀ ਵੱਡੀ ਭੈਣ ਦੀ 60 ਸਾਲ ਦੀ ਉਮਰ ਹੋ ਗਈ, ਇਕੱਲੇ ਰਹੇ, ਜੰਗਲਾਂ 'ਚ ਸ਼ਿਕਾਰ ਖੇਡਦੇ ਰਹੇ। ਇੱਕ ਟਾਈਮ ਤੇ ਆ ਕੇ ਮਹਿਸੂਸ ਕੀਤਾ ਵੀ ਸਰਦਾਰ ਜੀ ਦੇ ਘਰੇ ਬੂਟਾ ਲੱਗਣਾ ਚਾਹੀਦਾ ਹੈ। ਤਾਂ ਮੈਂ ਡੈਡ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਵਿਆਹ ਕਰਾਉਣ ਦੀ ਕੀ ਲੋੜ ਪੈ ਗਈ ਸੀ 60 ਸਾਲ ਦੀ ਉਮਰ 'ਚ? ਕਹਿੰਦੇ ਮੈਂ ਮਹਿਸੂਸ ਕੀਤਾ ਕਿ ਜ਼ਿੰਦਗੀ 'ਚ ਮੈਂ ਅਧੂਰਾ ਬਹੁਤ, ਮੇਰੇ ਕੋਲ ਕੋਈ ਐਸਾ ਬੰਦਾ ਹੈ ਨਹੀਂ ਜਿਹਦੇ ਨਾਲ ਬੈਠ ਕੇ ਮੈਂ ਆਪਣੀ ਜ਼ਿੰਦਗੀ ਦੇ ਪੰਨੇ ਉਹਦੇ ਨਾਲ ਸਾਂਝੇ ਕਰ ਸਕਾਂ। ਨਾ ਮੇਰੇ ਕੋਲ ਦੋਸਤ, ਨਾ ਰਿਸ਼ਤੇਦਾਰਾਂ ਕੋਲ ਇੰਨਾ ਟਾਈਮ ਹੈ। ਮੈਂ ਸਡਨਲੀ ਆਪਣੇ ਆਪ ਨੂੰ ਬੜਾ ਅਧੂਰਾ ਫੀਲ ਕੀਤਾ ਕਿ ਅੱਜ ਜੇ ਮੇਰੀ ਵਾਈਫ ਹੁੰਦੀ ਤਾਂ ਸ਼ਾਇਦ ਮੈਂ ਉਹਦੇ ਨਾਲ ਬੈਠ ਕੇ ਸਾਰੇ ਸੁੱਖ ਦੁੱਖ, ਮੈਂ ਉਹਨੂੰ ਆਪਣਾ ਸੱਜਣ, ਭਰਾ, ਦੋਸਤ ਸਾਰਾ ਕੁਝ ਮੰਨਦਾ। ਸੋ ਮੈਨੂੰ ਜ਼ੋਰ ਪਾਇਆ ਸਾਰਿਆਂ ਨੇ, ਮੈਂ ਮਹਿਸੂਸ ਕੀਤਾ। ਤਾਂ ਮੇਰੇ ਫਾਦਰ ਨੇ ਮੈਰਿਜ ਮੇਰੀ 60 ਸਾਲ ਦੀ ਉਮਰ 'ਚ ਉਹਨਾਂ ਨੇ ਆਪ ਦੀ ਕਰੀ, ਔਰ ਉਦੋਂ ਮੇਰੇ ਮਦਰ ਬੜੇ ਯੰਗ ਸੀ, 19-20 ਸਾਲਾਂ ਦੇ ਸੀਗੇ। ਹਾਂਜੀ, 42 ਸਾਲ ਦਾ ਉਹਨਾਂ ਦਾ ਡਿਫਰੈਂਸ ਸੀਗਾ। 72 ਸਾਲ ਦੀ ਉਮਰ ਜਾ ਕੇ ਮੈਂ ਪੈਦਾ ਹੋਇਆ, ਬਖਸ਼ਿਸ਼ ਹੋਈ, ਰਾੜੇ ਵਾਲੇ ਸੰਤੇ ਸੰਤ ਈਸਰ ਸਿੰਘ ਹੋਣਾ ਨੇ ਬਖਸ਼ਿਸ਼ ਕਰੀ, ਤਾਂ ਇੱਕ ਘਰ ਜੁੜ ਗਿਆ। ਔਰ ਜਦ ਉਹ ਬਜ਼ੁਰਗ 96 ਸਾਲ ਦੀ ਉਮਰ 'ਚ ਗਏ ਇਸ ਦੁਨੀਆ 'ਚੋਂ, ਮੈਂ ਮਹਿਸੂਸ ਕੀਤਾ ਕਿ ਜੇ ਮੇਰੀ ਮਾਂ ਨਾ ਹੁੰਦੀ ਤਾਂ ਸ਼ਾਇਦ ਮੇਰੇ ਫਾਦਰ ਅੱਜ ਤੋਂ ਕਈ ਸਾਲ ਪਹਿਲਾਂ ਚਲੇ ਗਏ ਹੁੰਦੇ ਦੁਨੀਆ 'ਚੋਂ। ਉਹਨਾਂ ਦਾ ਪਿਆਰ, ਉਹਨਾਂ ਦਾ ਸਤਿਕਾਰ, ਉਹਨਾਂ ਦਾ ਦੇਖ ਕੇ ਮੈਂ ਹੈਰਾਨ ਹੁੰਦਾ ਸੀ ਕਿ ਉਮਰ 'ਚ ਇੰਨਾ ਫਰਕ ਹੋਣ ਦੇ ਬਾਵਜੂਦ ਮੇਰੀ ਮਾਂ ਜਿਹੜੀ ਸੀ ਮੇਰੇ ਫਾਦਰ ਦੇ ਨਾਲ ਸਾਏ ਦੇ ਨਾਲ ਚੱਲਦੀ, ਜਿਵੇਂ ਸਾਇਆ ਚੱਲਦਾ ਹੈ। ਸ਼ਿਕਾਰ ਖੇਡਣ ਜਾਣਾ, ਨਾਲ ਜਾਣਾ, ਜੋ ਉਹਨਾਂ ਦੇ ਸ਼ੌਕ ਸੀ, ਜੋ ਉਹਨਾਂ ਦਾ ਘਰ ਸੀ, ਸਾਰਾ ਉਹਨਾਂ ਨੇ ਇੱਦਾਂ ਸੰਭਾਲ ਕੇ ਰੱਖਿਆ। ਇੰਨਾ ਪਿਆਰ ਮੇਰੇ ਫਾਦਰ ਨਾਲ ਕੀਤਾ, ਸ਼ਾਇਦ ਹੀ ਮੈਂ ਕਿਸੇ ਔਰਤ ਨੂੰ ਆਪਣੇ ਮਰਦ ਨਾਲ ਪਿਆਰ ਕਰਦੇ ਦੇਖਿਆ। ਔਰ ਮੇਰੇ ਫਾਦਰ ਨੇ ਮੈਨੂੰ ਕਿਹਾ, ਬੇਟਾ ਇੱਥੇ ਬੈਠ, ਅਤੇ ਮਾਂ ਨੂੰ ਵੀ ਬਿਠਾਇਆ। 20 ਸਾਲ ਦੀ ਮੇਰੀ ਉਮਰ ਸੀ, ਮੈਨੂੰ ਕਹਿਣ ਲੱਗੇ ਜੇ ਤੇਰੀ ਮਾਂ ਨਾ ਹੁੰਦੀ ਤਾਂ ਅੱਜ ਸਰਦਾਰ ਭਾਗ ਸਿੰਘ ਦਾ ਨਾਮੋ ਨਿਸ਼ਾਨ ਨਾ ਹੁੰਦਾ, ਤੇ ਯੋਗਰਾਜ ਸਿੰਘ ਜੇ ਨਾ ਉਹਨਾਂ ਦੀ ਕੁੱਖ 'ਚੋਂ ਪੈਦਾ ਹੁੰਦਾ, ਨਾ ਉਹਨਾਂ ਦਾ ਖੂਨ ਹੁੰਦਾ, ਤਾਂ ਸ਼ਾਇਦ ਅੱਜ ਸਰਦਾਰ ਭਾਗ ਸਿੰਘ ਦਾ ਤੇ ਮਾਤਾ ਗੁਰਨਾਮ ਕੌਰ ਦਾ ਦੁਨੀਆ 'ਚ ਇੰਨਾ ਗੱਜਮਾ ਵੱਜਵਾ ਨਾਮ ਨਾ ਹੁੰਦਾ। ਸੋ ਮੈਂ ਸਮਝਦਾ ਸਾਥੀ ਦੀ ਬਹੁਤ ਲੋੜ ਹੈ, ਸਪੈਸ਼ਲੀ ਜਦ ਤੁਸੀਂ ਬੁੱਢੇ ਹੋ ਰਹੇ ਹੁੰਦੇ ਹੋ। ਇਹਨਾਂ ਜੀ, ਮੇਰਾ ਇਸ ਇੰਟਰਵਿਊ ਦਾ ਅਖੀਰਲਾ ਸਵਾਲ ਹੈ, ਸਮਾਜ ਮਰਦ ਕੋਲੋਂ ਇਹ ਉਮੀਦ ਕਿਉਂ ਰੱਖਦਾ ਹੈ ਕਿ ਮਰਦ ਨੂੰ ਦਰਦ ਨਹੀਂ ਹੁੰਦੀ, ਮਰਦ ਦੇ ਅੰਦਰ ਇਮੋਸ਼ਨਸ ਘੱਟ ਨੇ, ਜਾਂ ਜੋ ਵੀ ਮਰਦ ਦੀ ਇੱਕ ਡੈਫੀਨੇਸ਼ਨ ਸਮਾਜ ਨੇ ਤਿਆਰ ਕੀਤੀ ਹੋਈ ਹੈ। ਤੁਸੀਂ ਨਾਲ ਰਹੇ ਹੋ, ਉਤਰਾ ਚੜ੍ਹਾਅ ਦੇਖੇ ਆ, ਤੁਹਾਡੇ ਅਕੋਰਡਿੰਗ ਕਿਉਂ ਹੈ ਇਹ ਡੈਫੀਨੇਸ਼ਨ, ਕਿਉਂ ਹੈ? ਨਹੀਂ, ਇਹ ਬੜੀ ਗਲਤ ਹੈ। ਦਰਦ ਹਰੇਕ ਨੂੰ ਹੁੰਦਾ, ਦਿਲ ਹਰੇਕ 'ਚ ਹੈ, ਪਰ ਅਸੀਂ ਲੋਕ ਉਹਨੂੰ ਕਦੇ ਰੋਣ ਹੀ ਨਹੀਂ ਦਿੰਦੇ। ਕਦੇ ਇਹ ਨਹੀਂ ਕਹਿੰਦੇ ਕਿ ਤੈਨੂੰ ਤਕਲੀਫ ਹੈ, ਤੂੰ ਬੈਠ ਕੇ ਇਸ ਮੋਢੇ 'ਤੇ ਸਿਰ ਰੱਖ ਔਰ ਰੋ, ਮਨ ਨੂੰ ਹਲਕਾ ਕਰ। ਇਹ ਚੀਜ਼ਾਂ ਗਲਤ ਨੇ। ਅਸੀਂ ਪਹਿਲਾਂ ਹੀ ਹਮੇਸ਼ਾ ਕਹਿ ਦਿੰਦੇ ਨਹੀਂ ਉਹ ਮਰਦ ਹੈ, ਉਹਦੀ ਅੱਖ 'ਚ ਹੰਝੂ ਨਹੀਂ ਆਉਣਾ ਚਾਹੀਦਾ। ਕਿਉਂ ਨਹੀਂ ਆਉਣਾ ਚਾਹੀਦਾ? ਜੇ ਸਾਨੂੰ ਤਕਲੀਫ ਹੈ ਤਾਂ ਬੰਦੇ ਨੂੰ ਵੀ ਉਨੀ ਤਕਲੀਫ ਹੈ। ਔਰ ਮਾਨ ਸਾਹਿਬ 'ਤੇ ਵੀ ਮੈਂ ਇਹੀ ਚੀਜ਼ ਲਗਾਉਂਗੀ। ਸੋ ਲੋਕਾਂ ਨੂੰ ਚਾਹੀਦਾ ਉਹਨਾਂ ਨੂੰ ਪਿਆਰ ਨਾਲ, ਠੀਕ ਹੈ, ਉਹਨਾਂ ਨੂੰ ਇੱਕ CM ਦੀ ਤਰ੍ਹਾਂ ਟਰੀਟ ਕਰੋ। ਉਹਨਾਂ ਨੂੰ ਇਹ ਨਾ ਕਰੋ ਕਿ ਇਹ ਸਾਡਾ ਤੁਸੀਂ ਬੜੇ ਪਿਆਰ ਨਾਲ ਬਣਾਇਆ। ਐਦਾਂ ਦੀ ਤਾਜਪੋਸ਼ੀ ਮੇਰੇ ਖਿਆਲ ਕਿਸੇ ਵੀ CM ਦੀ ਨਹੀਂ ਹੋਈ ਜਿੱਦਾਂ ਦੀ ਉਹਨਾਂ ਦੀ ਹੋਈ ਹੈ। ਠੀਕ ਹੈ, ਜਿਸ ਇਨਸਾਨ ਨੂੰ ਤੁਸੀਂ ਇੰਨੇ ਪਿਆਰ ਨਾਲ ਚੁਣਿਆ ਤੇ ਉਹਦੀ ਇੰਨੀ ਜੀ ਗੱਲ ਪਿੱਛੇ ਤੁਸੀਂ ਬੱਚਿਆਂ ਨੂੰ ਵੀ ਟਰੋਲ ਲੱਗੇ ਕਰਨ, ਹੋਰਾਂ ਨੂੰ ਵੀ ਟਰੋਲ ਲੱਗੇ, ਅੱਜ ਉਸ ਇਨਸਾਨ ਦੇ ਦਿਲ 'ਤੇ ਕੀ ਬੀਤ ਰਹੀ ਹੋਣੀ। ਹਾਂ, ਤੁਸੀਂ ਉਹਨਾਂ ਨੂੰ ਇਹ ਸੋਚੋ ਕਿ ਰਾਜਪਾਟ ਸਹੀ ਕਰ ਰਹੇ ਨੇ, ਆਪਣਾ ਸੰਭਾਲ ਰਹੇ ਨੇ ਜਾਂ ਨਹੀਂ ਸੰਭਾਲ ਰਹੇ। ਉਸ ਚੀਜ਼ 'ਤੇ ਆਪਣੀ ਉਂਗਲ ਚੱਕੋ, ਨਾ ਕਿ ਉਹਨਾਂ ਦੀ ਪਰਸਨਲ ਲਾਈਫ 'ਤੇ। ਇਹ ਮੈਨੂੰ ਪਤਾ, ਇਸ ਤੋਂ ਬਾਅਦ ਵੈਸੇ ਗਾਲਾਂ ਮੈਨੂੰ ਵੀ ਬਹੁਤ ਸਾਰੀਆਂ ਪੈਣੀਆਂ ਨੇ। ਹਾਂ, ਸ਼ੁਰੂ ਹੋ ਗਈਆਂ ਹੋਣੀਆਂ, ਤੇ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ।
ਸਾਨੂੰ ਸਾਰਿਆਂ ਦੀ ਸਾਡੀ ਇੱਕੋ ਹੀ ਸੋਚ ਹੋਣੀ ਚਾਹੀਦੀ ਹੈ ਕਿ ਲੋਕਾਂ ਦੇ ਘਰਾਂ 'ਚ ਝਾਕਣਾ ਬੰਦ ਕਰੋ। ਅਸੀਂ ਆਪਣੇ ਘਰ ਨੂੰ, ਆਪਣੇ ਆਪ ਨੂੰ ਦੇਖ ਲਿਓ ਬਹੁਤ ਹੈ। ਔਰ ਹਰੇਕ ਦੇ ਦੁੱਖ ਦਰਦ ਨੂੰ ਉੱਦਾਂ ਹੀ ਸਮਝੋ ਜਿੱਦਾਂ ਤੁਸੀਂ ਆਪਣੇ ਆਪ ਆਪਣੇ ਦੁੱਖ ਨੂੰ ਸਮਝ ਰਹੇ ਹੋ। ਸੋ ਚੰਗੀ ਗੱਲਬਾਤ ਹੋਈ ਹੈ, ਚੰਗੀ ਕਨਵਰਸੇਸ਼ਨ ਸੀਗੀ। ਤੁਹਾਡੇ ਕੋਲ ਉਮੀਦ ਇਹੀ ਕੀਤੀ ਜਾ ਸਕਦੀ ਸਾਡੇ ਵੱਲੋਂ ਕਿ ਕੋਸ਼ਿਸ਼ ਕਰਨਾ ਕਿ ਚੰਗੀਆਂ ਹੀ ਗੱਲਾਂ ਅੱਗੇ ਤੱਕ ਪਹੁੰਚਣ। ਬਾਕੀ ਗਿਆਨ ਵੰਡਣ ਵਾਲੇ ਸੋਸ਼ਲ ਮੀਡੀਆ ਤੇ ਬਥੇਰੇ ਹੈਗੇ ਨੇ, ਥੱਲੇ ਤੁਸੀਂ ਇੱਕ ਝੜੀ ਲਾ ਦੇਣੀ ਹੈ ਕਮੈਂਟਸ ਦੀ, ਲੇਕਿਨ ਸਾਡਾ ਮਕਸਦ ਕੁਛ ਇੱਦਾਂ ਦਾ ਨਹੀਂ ਹੈਗਾ। ਸਾਡਾ ਮਕਸਦ ਇਹੀ ਹੈਗਾ ਕਿ ਸਮਾਜ ਨੂੰ ਇੱਕ ਚੰਗੇ ਰਾਹ ਵੱਲ ਲੈ ਕੇ ਤੁਰੀਏ। ਕੈਮਰੇ ਤੇ ਸਾਥ ਦੇ ਰਹੇ ਸੀਗੇ ਸੁਖਵਿੰਦਰ, ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।